वबाद फ़ाउज़ बिल्लाहि मिनश शैतानिर रजीम बिस्मिल्लाहिर रहमानिर रहीम लक़द ख़लक़नल इंसाना फ़ी अहसनि तक़वीम। ਜਿਹੜਾ ਇਨਸਾਨ ਆਪਾਂ ਨੂੰ ਚੱਲਦਾ ਫਿਰਦਾ ਨਜ਼ਰ ਆਉਂਦਾ ਹੈ, ਇਹ ਦੋ ਚੀਜ਼ਾਂ ਦੇ ਮਜਮੂਏ ਦਾ ਨਾਮ ਹੈ ਜੀ। ਇੱਕ ਸੂਰਤ ਹੈ, ਇੱਕ ਸੀਰਤ ਹੈ, ਤੇ ਸਿਫਤ ਜਾਂ ਖਸਲਤ ਕਹਿੰਦੇ ਉਹਨੂੰ। ਅੱਲਾਹ ਤਾਲਾ ਦੀ ਬਾਰਗਾਹ ਦੇ ਵਿੱਚ ਸੂਰਤਾਂ ਨਹੀਂ ਦੇਖੀਆਂ ਜਾਂਦੀਆਂ। ਅੱਲਾਹ ਤਾਲਾ ਜ਼ਾਤ ਫਰਮਾਉਂਦੀ ਹੈ ਕਿ ਮੈਂ ਤੁਹਾਡੀਆਂ ਸੂਰਤਾਂ ਤੇ ਤੁਹਾਡੀਆਂ ਅਮਲਾਂ ਨੂੰ ਨਹੀਂ ਦੇਖਦਾ, ਮੈਂ ਤੁਹਾਡੇ ਦਿਲਾਂ ਨੂੰ ਦੇਖਦਾ। ਸੁਭਾਨ ਅੱਲਾਹ, ਸਮਝਿਆ ਨਾ। ਤੇ ਇਸ ਕਰਕੇ ਸੀਰਤ ਜਾਂ ਸਿਫਤ ਜਾਂ ਖਸਲਤ ਹੈ, ਉਹਦੀ ਪਹਿਚਾਣ ਬਹੁਤ ਜ਼ਰੂਰੀ ਹੈ ਸਾਨੂੰ। ਅਗਰ ਜੇ ਅਸੀਂ ਉਸ ਨੂੰ ਨਹੀਂ ਪਹਿਚਾਨਾਂਗੇ ਕਿ ਸਾਡੇ ਅੰਦਰ ਕਿਸ ਤਰ੍ਹਾਂ ਦੀ ਖਸਾਇਸ ਪਾਈਆਂ ਜਾਂਦੀਆਂ, ਆਇਆ ਕਿ ਹੈਵਾਨਾਂ ਦੀ ਖਸਲਤਾਂ ਪਾਈਆਂ ਜਾਂਦੀਆਂ, ਆਇਆ ਕਿ ਫਰਿਸ਼ਤਾਂ ਦੀ ਖਸਲਤਾਂ ਪਾਈਆਂ ਜਾਂਦੀਆਂ, ਇਹ ਵਸਫ ਪਾਏ ਜਾਂਦੇ, ਜਾਂ ਆਇਆ ਕਿ ਸਾਡੇ ਯਾਨੀ ਕਿ ਸ਼ੈਤਾਨ ਦੀ ਖਸਲਤ ਪਾਈ ਜਾਂਦੀ ਹੈ, ਜਾਂ ਦਰਿੰਦਾ ਦੀਆਂ ਪਾਈਆਂ ਜਾਂਦੀਆਂ। ਜਦੋਂ ਤੱਕ ਅਸੀਂ ਨਹੀਂ ਪਹਿਚਾਨਾਂਗੇ ਨਾ, ਸਾਨੂੰ ਪਤਾ ਨਹੀਂ ਲੱਗੇਗਾ ਕਿ ਅਸੀਂ ਕੌਣ ਹੈ ਤੇ ਕਿੱਦਾਂ ਫਿਰਦੇ, ਕਿੱਦਾਂ ਆਏ, ਕਿੱਦਾਂ ਜਾਣਾ। ਸਾਨੂੰ ਨਹੀਂ ਪਤਾ ਲੱਗੇਗਾ। ਸਭ ਤੋਂ ਕਰੀਬ ਚੀਜ਼ ਮੇਰੇ ਵਾਸਤੇ ਮੇਰੀ ਜ਼ਾਤ ਹੈ। ਜਦੋਂ ਮੈਂ ਆਪਣੇ ਜ਼ਾਤ ਨੂੰ ਹੀ ਨਾ ਪਛਾਣ ਸਕਿਆ, ਮੈਂ ਕਿਸੇ ਨੂੰ ਕੀ ਪਛਾਣਾਂਗਾ। ਸਭ ਤੋਂ ਕਰੀਬ ਚੀਜ਼ ਜਿਹੜੀ ਮੇਰੇ ਵਾਸਤੇ ਮੇਰੀ ਜ਼ਾਤ ਹੈ, ਅਗਰ ਮੈਂ ਆਪਣੀ ਜ਼ਾਤ ਨੂੰ ਨਾ ਪਹਿਚਾਣ ਸਕਿਆ ਤਾਂ ਮੈਂ ਕਿਸੇ ਨੂੰ ਕੀ ਪਹਿਚਾਨਾਂਗਾ, ਕਿਸ ਤਰ੍ਹਾਂ ਪਹਿਚਾਨਾਂਗਾ। ਇਸ ਕਰਕੇ ਆਪਣੀ ਜ਼ਾਤ ਨੂੰ ਪਹਿਚਾਨੋ, अपनी आदात और अपने खसाइस को पहचानो, अपनी खसलतां को पहचानो कि आया कि तुहाडे अंदर ऐसी खसलत तो नहीं जिहड़ी शैतान दे अंदर हैगी। ਉਹਦਾ ਕੀ ਕੰਮ ਹੈਗਾ? ਉਹ ਚੁਗਲੀ ਕਰਦਾ ਹੈ, ਉਹ ਚੁਗਲੀ ਕਰਦਾ ਹੈ, ਉਹ ਗੀਬਤ ਕਰਦਾ ਹੈ, ਉਹ ਦੋ ਦੋਸਤਾਂ ਨੂੰ ਆਪਸ 'ਚ ਇਖਤਲਾਫ ਪੈਦਾ ਕਰਵਾਉਂਦਾ ਹੈ, ਤੇ ਉਹ ਕੀ ਕਰਦਾ ਹੈਗਾ? ਮੀਆਂ ਬੀਵੀ ਦੇ ਦਰਮਿਆਨ ਜੁਦਾਈ ਪੈਦਾ ਕਰਵਾਉਂਦਾ ਹੈਗਾ। ਉਹ ਫਿਤਨੇ ਤੇ ਸ਼ਰ ਪੈਦਾ ਕਰਦਾ ਹੈ, दीन च फिरके पैदा करता है ताकि लोग मायूस हो जाए अल्लाह ताला दी रहमत। क्या तुहाडे विच वो खसलत है या नहीं? अगर नहीं है, शुक्र अदा करो, समझे ना। फिर इसी तरह एक लुमड़ी की खसलत है, समझे ना। वो जेड़े ओहदे विच रहिंदी हैगी, जेड़े यानी कि जगह जेड़े मकान च रहिंदे, ओहदे दो रुख हुंदे हैगे, उन्होंने नफा कहते हैं। यानी कि इधरले अगर उन्होंने इधरों दुश्मन पकड़ता है तो इधरों निकल जाती है, कि इधरों पकड़ता तो इधरों निकल जाती हैगी। यानी कि वो मुनाफक दे अंदर वो खसलत पाई जाती है। मुनाफक जिहड़ा हुंदा है, वो जदों ईमान वालियां दे नाल हुंदा है तो कहंदा असीं तुहाडे साथी हैगे, ते जदों काफरां नाल चलदा है तो कहंदा असीं तुहाडे साथी, असीं मुसलमानां नाल मजाक कर रहे सी। सही ना। ते इहदा मतलब हैगा वो जिहड़ी खसलत हैगी, जिहड़ी मुनाफक वाली, वो लुमड़ी दे विच पाई जाती हैगी। ते इह एक हैवानी ते दरिंदे दी यानी कि खसलत हैगी। फिर इस तो बाद एक खसलत हैगी कुत्ते की खसलत हैगी, जिहड़ा लालच की वजह नाल यानी कि हराम हलाल की तमीज़ छड्ड के हलाल हराम की तमीज़ छड्ड दिंदा हैगा, ते लालच दे विच अंधा हो जाता हैगा। ना देखता हैगा कि किसी का मैं हक तरफ कर रहा, ना देखता हैगा कि मैं रिश्वत लै रहा हैगा, ना देखता हैगा कि मैं किसी को धोखा दे रहा हैगा, ना देखता हैगा कि मैं किसी ते ज्यादती कर रहा हैगा। एक कुत्ते की खसलत हैगी, ਜਿਹੜਾ ਜਿੱਥੋਂ ਉਹਨੂੰ ਜੋ ਲੁਕਮਾ ਲੱਭਦਾ ਹੈ, ਲਾਲਚ ਦੇ ਵਿੱਚ ਆ ਕੇ ਉਹ ਲੁਕਮਾ ਖਿੱਚਣ ਦੀ ਕੋਸ਼ਿਸ਼ ਕਰਦਾ ਹੈ, समझे ना। यानी कि अल्लाह ताला हबीब ने फरमाया दुनिया मुर्दार है और उसके तालब कुत्ते हैं। यानी कि वो ये नहीं कि सारे बंदे ਜਿਹੜੇ ਜਾਇਜ਼ ਤਰੀਕੇ ਨਾਲ ਕਮਾਉਂਦੇ ਹੈਗੇ ਦੁਨੀਆ, ਉਹ ਉਹਨਾਂ ਦੀ ਸ਼ਾਮਲ ਨਹੀਂ ਹੈਗੇ। ਜਿਹੜੇ ਲੋਕਾਂ ਦਾ ਹੱਕ ਮਾਰ ਕੇ ਦੁਨੀਆ ਇਕੱਠੀ ਕਰਦੇ ਆ ਨਾ, ਉਹਨਾਂ ਦੀ ਖਸਲਤ ਕੁੱਤਿਆਂ ਦੀ ਖਸਲਤ ਦੀ ਤਰ੍ਹਾਂ ਹੋ ਜਾਂਦੀ ਹੈ, ਸਮਝਿਆ ਨਾ। ਇਸੇ ਤਰ੍ਹਾਂ ਦਰਿੰਦਿਆਂ ਦੀ ਖਸਲਤ ਹੈਗੀ, ਜਿਹੜੇ ਕਹਿੰਦੇ ਹੈਗੇ ਕਿ ਬਸ ਸਾਡਾ ਹੀ ਹੁਕਮ ਚੱਲੇ, ਸਾਡਾ ਹੀ ਉਹ ਰਹੇ। ਆਪਣੇ ਜ਼ੁਲਮ ਦੀ ਉਹਨਾਂ ਦੀ ਹੁਕੂਮਤ ਹੁੰਦੀ, ਜ਼ਾਲਮਾਂ ਦੀ ਹੁਕੂਮਤ, ਜ਼ੁਲਮ ਦੀ ਹੁਕੂਮਤ ਹੁੰਦੀ। ਦਰਿੰਦੇ ਦੀ ਹੁਕੂਮਤ ਜ਼ੁਲਮ ਦੀ ਹੁਕੂਮਤ ਹੈ। ਉਹਨਾਂ ਦੀ ਹੁਕੂਮਤ ਦੇ ਵਿੱਚ ਕੋਈ ਵੀ ਰਾਇਆ ਸਕੂਨ ਨਾਲ ਨਹੀਂ ਰਹਿੰਦੀ, ਸਮਝਿਆ ਨਾ। ਤੇ ਚਾਹੇ ਉਹ ਹਿਰਨ ਉਹਨਾਂ ਦੇ ਸ਼ਿਕਾਰ 'ਚ ਆ ਜਾਏ, ਚਾਹੇ ਉਹਨਾਂ ਦੇ ਸ਼ਿਕਾਰ 'ਚ ਕੋਈ जानवर होर आ जाए, कोई हैवान किसी किस्म का आ जाए, वो लाजमी उन्होंने कोशिश करते अपना शिकार बनाना। ये दरिंदे की खसलत हैगी। तो कोशिश करो कि अपने अंदर दरिंदा की खसलत ना पैदा होए, यानी कि जुल्म तो बचो, समझे ना। इसी तरह हैवानी खसलत हैगी, जिसका मकसद कोई नहीं। हैवान का मकसद की हैगा? खाना पीना, चरना, बच्चे पैदा करना। अगर यही खसलत तिकर इंसान महदूद रहा, ये तो अगर कोई मकसद डिवेल्प ना हो सकिया, तो वह हैवानी खसलत उत्ते हैगा, समझे ना। कि कोई नहीं पता
ਕਿ ਮੇਰੀ ਖਸਲਤ ਕਿੱਧਰ ਨੂੰ ਹੈ, ਮੈਂ ਕਿੱਧਰ ਨੂੰ ਜਾ ਰਿਹਾ, ਕਿੱਧਰ ਨੂੰ ਆ ਰਿਹਾ, ਇਹ ਉਹਨੂੰ ਨਹੀਂ ਪਤਾ ਲੱਗ ਰਿਹਾ ਹੈਗਾ। ਕਿਉਂਕਿ ਹੈਵਾਨ ਦਾ ਕੰਮ ਇਹੀ ਹੈ, ਹਰ ਵਕਤ ਉਹਦੀ ਚਰਦੇ ਰਹਿਣਾ, ਬੱਚੇ ਪੈਦਾ ਕਰ ਲੈਣਾ, ਜਾਂ ਸੋ ਜਾਣਾ, ਜਾਂ ਪੀ ਲੈਣਾ, ਇਹੀ ਉਹਦੀ ਜ਼ਿੰਦਗੀ ਦਾ ਮਕਸਦ ਹੈਗਾ। ਹੋਰ ਇਹਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਹੈਵਾਨ ਦੀ। ਤੇ ਇਹ ਇਨਸਾਨ ਆਪਣੀ ਖਸਲਤਾਂ ਨੂੰ ਪਹਿਚਾਨੇ। ਇਸੇ ਤਰ੍ਹਾਂ ਫਰਿਸ਼ਤਿਆਂ ਦੀ ਖਸਲਤ ਹੈਗੀ, ਫਰਿਸ਼ਤਿਆਂ ਦੀ ਸੀਰਤ ਹੈਗੀ। ਫਰਿਸ਼ਤਿਆਂ ਦੀ ਕੀ ਸੀਰਤ ਹੈ, ਕੀ ਉਹਨਾਂ ਦੀ ਖਸਲਤ ਹੈਗੀ? ਉਹ ਅੱਲਾਹ ਤਾਲਾ ਦੀ ਬਾਰਗਾਹ ਦੇ ਵਿੱਚ ਕੋਈ ਤਸਬੀਹ ਦੇ ਵਿੱਚ, ਕੋਈ ਤਹਲੀਲ ਦੇ ਵਿੱਚ, ਕੋਈ ਰੁਕੂ ਦੇ ਵਿੱਚ, ਕੋਈ ਸੁਜੂਦ ਦੇ ਵਿੱਚ, ਕੋਈ ਜ਼ਿਕਰ ਦੇ ਵਿੱਚ, ਕੋਈ ਅਜ਼ਕਾਰ ਦੇ ਵਿੱਚ, ਕੋਈ ਦਰੂਦ ਦੇ ਵਿੱਚ ਹੈਗੇ। ਅਗਰ ਤੁਸੀਂ ਫਰਿਸ਼ਤਿਆਂ ਵਾਲੀ ਖੂਬੀਆਂ ਆਪਣੇ ਅੰਦਰ ਪੈਦਾ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਦੀ ਖਸਲਤ अपना लो। बेशक बेशक। तभी तो क्या फरिश्तों से बेहतर है इंसान बनना, मगर इसमें होती है मेहनत ज्यादा। यानी कि ये इंसानी वस्फ ਜਿਹੜਾ ਹੈਗਾ ਉਹ ਬਾਤਨ ਦੇ ਵਿੱਚ ਫਰਿਸ਼ਤਿਆਂ ਦੀ ਖਸਰਤ ਰੱਖਦਾ ਹੈਗਾ। ਅੱਲਾਹ ਸਮਝਿਆ ਨਾ? ਤੇ ਬਾਕੀ ਇਸ ਤੋਂ ਇਲਾਵਾ ਜਿਹੜੇ ਅੰਦਰ ਚੀਜ਼ਾਂ ਹੈਗੀਆਂ ਉਹ ਆਪਣੀ ਜੱਜਮੈਂਟ ਕਰੋ ਕਿ ਤੁਹਾਡੇ ਅੰਦਰ ਕਿਹੜੀ ਚੀਜ਼ਾਂ ਪਾਈਆਂ ਜਾਂਦੀਆਂ। ਆਇਆ ਕਿ ਤੁਸੀਂ ਮਖਲੂਕ ਦੇ ਖੈਰ ਖਵਾਹ, समझे ना? इसी तरह अल्लाह ताला की ज़ात का रंग है कि सिबकतुल्लाह, अल्लाह का रंग, अल्लाह के रंग के अलावा किसी का रंग नहीं है। अल्लाह के रंग के वर्गा रंग किसी का नहीं हैगा। वो उस रंग च की लुकिया हैगा? तखलाको बिखलाक अल्लाह दे खलाक ना बनाओ। अल्लाह दा खलाक की हैगा? पर्दे पाई जाता सब दे, अफो दरगुजर कोई मन्ने ना मन्ने ਉਹਨੂੰ ਵੀ ਦੇਈ ਜਾਂਦਾ ਹੈਗਾ। ਕੋਈ ਉਹਦੀ ਤਾਇਦ ਕਰੇ ਜਾਂ ਨਾ ਕਰੇ ਉਹਦਾ ਵੀ ਖੈਰ ਖਵਾ ਹੈਗਾ। ਰਹਿਮਾਨ ਹੋਣ ਦੇ ਨਾਤੇ ਅੱਲਾਹ ਆਪਣੀ ਖਸਲਤ ਤੇ ਆਪਣੇ ਜ਼ਾਤ ਦੇ ਉੱਤੇ ਕਾਇਮ ਹੈਗਾ, ਆਪਣੀ ਸਿਫਤ ਦੇ ਵਿੱਚ ਕਾਇਮ। ਤੁਸੀਂ ਉਹਦੇ ਤਰਜ਼ ਜ਼ਿੰਦਗੀ ਇੱਕ ਇਸੇ ਤਰ੍ਹਾਂ ਹਜ਼ੂਰ ਦੀ ਜ਼ਾਤ ਦੀ ਕਰਾਮਤ ਦੀ ਇੱਕ ਖੂਬੀ ਹੈ ਕਿ ਵਮਾ ਅਰਸਲਨਾਕ ਇल्ला रहमत लिल आलमीन। हजूर रहमत है, मखलूक वास्ते रहमत बन जाओ ताकि ਤੁਸੀਂ ਹਜ਼ੂਰ ਦੇ ਗੁਲਾਮ ਸਾਬਤ ਹੋ ਜਾਓ। ਸਮਝੇ ਨਾ? ਅਗਰ ਤੁਸੀਂ ਮਖਲੂਕ ਵਾਸਤੇ ਰਹਿਮਤ ਬਣ ਜਾਂਦੇ ਹੋ ਤਾਂ ਸਮਝ ਲਓ ਤੁਸੀਂ ਹਜ਼ੂਰ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਗੁਲਾਮਾਂ 'ਚ ਸ਼ਾਮਲ ਹੋ ਜਾਂਦੇ ਹੋ। ਅਗਰ ਤੁਸੀਂ ਮਖਲੂਕ ਵਾਸਤੇ ਜ਼ਹਿਮਤ ਹੋ ਫਿਰ ਗੁਲਾਮੀ ਰਸੂਲ ਨਹੀਂ ਹੈਗੀ। ਫਿਰ ਇੱਕ ਦਾਵਾ ਹੈਗਾ, ਫਿਰ ਨਾਰਾ ਹੈਗਾ, ਫਿਰ ਇਹ ਇਕਰਾਰ ਹੀ ਹੈ। ਅਮਲੀ ਤੌਰ ਤੇ ਕੁਛ ਨਹੀਂ ਹੈਗਾ। ਜਦੋਂ ਤੱਕ ਲੋਕਾਂ ਵਾਸਤੇ ਤੁਸੀਂ ਖੈਰ ਖਵਾ ਨਹੀਂ ਬਣੋਗੇ, ਮਖਲੂਕ ਦਾ ਭਲਾ ਨਹੀਂ ਜਾਣੋਗੇ, ਨਹੀਂ ਕਰੋਗੇ ਭਲਾ, ਉਦੋਂ ਤੱਕ ਤੁਸੀਂ ਇਸ ਦਾਅਵੇ 'ਚ ਝੂਠੇ ਹੋਗੇ ਗੁਲਾਮੀ ਰਸੂਲ ਮੇਂ ਮੌਤ ਵੀ। ਸਮਝਿਆ ਨਾ? ਅੱਲਾਹ ਤਾਲਾ ਦੀ ਬਾਰਗਾਹ ਦੇ ਵਿੱਚ ਜਿਹੜੀ ਚੀਜ਼ ਹੈ ਉਹ ਸੀਰਤ, ਉਹ ਸੂਰਤ ਨਹੀਂ, ਸੀਰਤ ਕੌਣ ਹੁੰਦੀ ਹੈ? ਜਿਸ ਤਰ੍ਹਾਂ ਇੱਕ ਕੁੱਤਾ ਸੀ, ਉਸ ਕੁੱਤੇ ਦੀ ਖਸਲਤ ਵਫਾ ਦੇ ਵਿੱਚ ਸੀ। ਅਸਹਾਬੇ ਕਹਫ ਦਾ ਕੁੱਤਾ ਵਫਾ ਦੀ ਖਸਲਤ ਰੱਖਦਾ ਸੀ। ਵਫਾ ਦੀ ਵਜ੍ਹਾ ਨਾਲ ਅੱਲਾਹ ਤਾਲਾ ਦੀ ਜ਼ਾਤ ਨੇ ਤੇ ਅੱਲਾਹ ਵਾਲਿਆਂ ਨੂੰ ਪਛਾਣਦਾ ਸੀ। ਸੁਭਾਨ ਅੱਲਾਹ। ਅੱਲਾਹ ਵਾਲਿਆਂ ਨੂੰ ਪਛਾਣਨਾ ਵੀ ਜ਼ਰੂਰੀ ਹੈਗਾ ਨਾ। ਅਗਰ ਨਹੀਂ ਪਛਾਣੋਗੇ ਤਾਂ ਫਿਰ ਵੀ ਇੰਨਾ ਹੀ ਰਹੋਗੇ। जे अल्लाह वाले तो अंधे, एक बुजुर्ग फरमाते हैं अंधे हैं वो लोग जो औलिया अल्लाह की पेशानियों में अल्लाह के नूर को नहीं देखते। समझे ना? हालांकि हजूर ने फरमाया कि फइज़ा रऊ ज़ुकिर अल्लाह, जब तुम उन्हें देखे तो अल्लाह याद आ जाए। तो अल्लाह क्यों नहीं याद आता तुम्हें उनको देख के? इसलिए कि तुम्हारी आंखों की अभी इलाज होना बाकी है। अल्लाह समझे? जो वो बलम वो जो था, क्या नाम है, असहाबे कहफ का कुत्ता, असहाबे कहफ के साथ उसने वफा की तो अल्लाह की ज़ात ने फरमाया कल को मैं इंसानी शक्ल में इसको जन्नत में दाखिल करूंगा। था तो कुत्ता मगर उसकी खसलत अच्छी थी, वो पहचान भी गया अल्लाह वालों को, और पहचानने के बाद उसने उनके साथ वफा भी की और उनका साथ भी दिया। उनको ना छोड़ा, ना मैं भौंका, ना मैं टोंका, ना मैं शोर मचावा। चंगिया दे लड़ लग के मैं भी बख्शिया जाऊँ, बख्शिया गया। बेशक बेशक कल क़यामत दे दिन ओदी भी बख्शिश हो जाएगी। मगर ओ इबादत गुजार बंदा, ओ इबादत गुजार बंदा जेड़ा हजरत मूसा अलैहिस्सलाम दे दौर दे विच बलम बिल बाऊर सी, वो बहुत ज्यादा इबादत गुजार सी ते ओ मुस्तजाब दावात सी। यानी कि इन्ना इबादत गुजार सी कि ओदी दुआ हर हाल दे विच कबूल होंदी सी। बेशक जदों हर हाल दी दुआ कबूल होंदी सी ਤੇ ਫਿਰੌਨ ਨੇ ਉਹਨੂੰ ਲਾਲਚ ਦਿੱਤਾ ਕਿ मूसा अलैहिस्सलाम ਦੇ ਖਿਲਾਫ ਤੂੰ ਦੁਆ ਕਰ। ਉਹਨੇ ਪਹਿਲੇ ਇਨਕਾਰ ਕੀਤਾ, ਮਗਰ ਜਦੋਂ ਉਹਨੂੰ ਲਾਲਚ ਐਕਟਿਵ ਹੋਇਆ ਕਿ ਇਹ ਵੀ ਤੈਨੂੰ ਦੇ ਦਾਂਗੇ, ਇਹ ਵੀ ਦੇ ਦਾਂਗੇ, ਇਹਨਾਂ ਇਲਾਕਾ ਵੀ ਦੇ ਦਾਂਗੇ, ਤੂੰ ਬਦਵਾ ਕਰ ਇਹਨਾਂ ਦੇ ਖਿਲਾਫ। ਤੇ ਜਦੋਂ ਬਦਵਾ ਦਾ ਫਿਰੌਨ ਨੇ ਕਿਹਾ ਕਿ ਤੈਨੂੰ ਇਹ ਇੰਨਾ ਕੁਝ ਮਿਲ ਜਾਏਗਾ, ਤੇ ਫਿਰ ਕੀ ਹੋਇਆ? ਉਹਦੇ ਦਿਲ 'ਚ ਲਾਲਚ ਆ ਗਿਆ। ਜਦੋਂ ਉਹਦੇ ਦਿਲ 'ਚ ਲਾਲਚ ਆ ਗਿਆ ਤੇ ਉਹਦੀ ਸ਼ਕਲ ਕੁੱਤੇ ਵਰਗੀ ਬਣਾ ਦਿੱਤੀ ਗਈ। ਸਮਝਿਆ? ਤੇ ਕੱਲ ਕਿਆਮਤ ਦੇ ਦਿਨ ਉਹ ਸਹਾਬੇ ਕਹਫ ਦੀ ਜਿਹੜਾ ਕੁੱਤਾ ਹੋਏਗਾ ਉਹਦੀ ਸ਼ਕਲ ਦੇ ਵਿੱਚ ਜੰਨਤ 'ਚ ਜਾਏਗਾ, ਤਾਂ ਉਹ ਉਸ ਕੁੱਤੇ ਦੀ ਸ਼ਕਲ ਦੇ ਵਿੱਚ ਦੋਜ਼ਖ 'ਚ ਜਾਏਗਾ। ਅੱਲਾਹ ਸਮਝਿਆ ਨਾ? ਇਸ ਕਰਕੇ ਅਬ ਇਹ ਜਿਹੜਾ ਤਸਵੁਫ ਹੈ ਨਾ, ਇਹ ਜ਼ਰਾ ਅਸੀਂ ਜ਼ਿਕਰ ਅਜ਼ਕਾਰ ਕਰਦੇ,
ਇਹ ਤੁਹਾਡੇ ਨਫਸ ਦਾ ਤਜ਼ਕੀਆ ਕਰਦੇ ਤੇ ਤੁਹਾਡੀ ਖਸਲਤ ਨੂੰ ਸਵਾਰਦੇ, ਨਿਖਾਰਦੇ, ਸੁਧਾਰਦੇ ਹੈਗੇ ਤਾਂ ਕਿ ਇਸ ਬਹਾਨੇ ਤੁਹਾਡੇ ਅੰਦਰ ਇਨਸਾਨੀ ਵਸਫ ਪੈਦਾ ਹੋਣ। ਤੇ ਅੱਲਾਹ ਤਾਲਾ ਦੀ ਜ਼ਾਤ ਨੇ ਇਨਸਾਨ ਦੇ ਉੱਤੇ ਤਾਂ ਮਾਨ ਕੀਤਾ ਸੀ, ਬੇਸ਼ੱਕ ਇੰਨੀ ਆਲਮੁ ਮਾ ਲਾ ਤਾਲਮੂਨ। ਅੱਲਾਹ ਨੇ ਤਾਂ ਕਿਹਾ ਸੀ ਨਾ, ਜਦੋਂ ਫਰਿਸ਼ਤੇ ਨੇ ਕਿਹਾ ਫਸਾਦ ਕਰੇਗਾ, ਅੱਲਾਹ ਨੇ ਕਿਹਾ ਨਹੀਂ, ਜੋ ਮੈਂ ਜਾਣਦਾ ਤੁਸੀਂ ਨਹੀਂ ਜਾਣਦੇ। ਸਮਝਿਆ ਨਾ, ਜੋ ਮੈਨੂੰ ਪਤਾ ਤੁਸੀਂ ਨਹੀਂ, ਤੁਹਾਨੂੰ ਨਹੀਂ ਪਤਾ ਹੈਗਾ। ਤੇ ਜਦੋਂ ਇਹਦੇ ਵਿੱਚ ਇਨਸਾਨੀ ਵਸਫ ਪੈਦਾ ਹੋ ਜਾਂਦੇ ਹੈਗੇ ਤੇ ਅੱਲਾਹ ਤਾਲਾ ਦੀ ਜ਼ਾਤ ਫਿਰ ਫਖਰ ਕਰਦੀ ਨਾ ਫਰਿਸ਼ਤਿਆਂ ਦੇ। ਬੇਸ਼ੱਕ ਫਰਿਸ਼ਤਿਆਂ ਦੇ ਵਿੱਚ ਫਖਰ ਕਰੇਗੀ ਨਾ ਅੱਲਾਹ ਦੀ ਜ਼ਾਤ ਕਿ ਫਰਿਸ਼ਤੋ ਮੈਂ ਨਹੀਂ ਕਿਹਾ ਸੀ ਕਿ ਜੋ ਮੈਂ ਜਾਣਦਾ ਤੁਸੀਂ ਨਹੀਂ ਜਾਣਦੇ, ਤੁਸੀਂ ਕਿਹੜੇ ਪਾਸੇ ਰਹੇ। ਸਮਝਿਆ ਨਾ, ਇਸ ਕਰਕੇ ਜ਼ਿਕਰ ਦੇ ਵਿੱਚ ਸ਼ੌਕ ਲਵੋ ਜ਼ਿਆਦਾ ਤੋਂ ਜ਼ਿਆਦਾ। ਜਦੋਂ ਤੀਕਰ ਤੁਹਾਡੇ ਅੰਦਰ ਖੈਰ ਨਾ ਪੈਦਾ ਹੋ ਜਾਏ, ਜਦੋਂ ਤੁਹਾਡੇ ਅੰਦਰ ਮੁਹੱਬਤ ਨਾ ਪੈਦਾ ਹੋ ਜਾਏ, ਬੇਲੋਸ ਮੁਹੱਬਤ ਨਾ ਪੈ ਜਾਏ, ਜਦੋਂ ਤੀਕਰ ਤੁਸੀਂ ਬੇਗਰਜ਼ ਇਬਾਦਤ ਨਾ ਕਰਨ ਲੱਗ ਜਾਓ, ਜਦੋਂ ਤੀਕਰ ਤੁਹਾਡੇ ਅੰਦਰ ਇਖਲਾਸ ਪੈਦਾ ਨਾ ਹੋ ਜਾਏ, ਉਦੋਂ ਤੀਕਰ ਕੋਸ਼ਿਸ਼ ਕਰਦੇ ਰਹੋ ਹੱਤਾ ਕਿ ਤੁਸੀਂ ਉਹ ਖੂਬੀਆਂ ਆਪਣੇ ਅੰਦਰ ਪੈਦਾ ਕਰ ਲਓ। ਬੇਸ਼ੱਕ ਅੱਲਾਹ ਪਾਕ ਦੀ ਜ਼ਾਤ ਤੁਹਾਨੂੰ ਖੈਰ ਅਤਾ ਕਰੇ ਤੇ ਜ਼ਿਕਰ ਦਾ ਸ਼ੌਕ ਅਤਾ ਕਰੇ ਤੇ ਹਜ਼ੂਰ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਗੁਲਾਮੀ ਤੇ ਮੁਹੱਬਤ 'ਚ ਰਹਿ ਕੇ ਜ਼ਿੰਦਗੀ ਬਸਰ ਕਰਨ ਦੀ ਤੌਫੀਕ ਅਤਾ ਫਰਮਾਏ।